ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਮਿਤ ਖੰਨਾ ਹੋਮ ਗਲੋਬਲ ਤੋਂ। ਬਹੁਤ ਵਧੀਆ ਨਿਊਜ਼, ਵਿਕਟੋਰੀਆ ਇਜ਼ ਫਾਈਨਲੀ ਓਪਨ ਫॉर ਦਿਸ ਫਾਈਨੈਂਸ਼ੀਅਲ ਈਅਰ। ਇਸ ਵੀਡੀਓ ਦੇ ਵਿੱਚ ਕੁਝ ਕੀ ਹਾਈਲਾਈਟਸ ਡਿਸਕਸ ਕਰਾਂਗੇ ਵਿਕਟੋਰੀਆ ਦੇ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ ਨੂੰ ਲੈ ਕੇ ਇਸ ਫਾਈਨੈਂਸ਼ੀਅਲ ਈਅਰ ਤੇ। ਸਭ ਤੋਂ ਪਹਿਲੀ ਚੀਜ਼, ਵਿਕਟੋਰੀਆ ਦੇ ਵਿੱਚ ਜਿੱਦਾਂ ਕਿ ਸਾਨੂੰ ਪਤਾ 190 ਦੇ ਵਿੱਚ 3000 ਸੀਟਸ ਹੈ, 491 ਦੇ ਵਿੱਚ 2000 ਸੀਟ ਹੈ। 190 ਦਾ ਕ੍ਰਾਈਟੇਰੀਆ ਇਜ਼ ਕੁਆਇਟ ਸਿੰਪਲ ਐਂਡ ਸਟ੍ਰੇਟ ਫਾਰਵਰਡ। ਐਜ਼ ਲੌਂਗ ਐਜ਼ ਤੁਸੀਂ ਵਿਕਟੋਰੀਆ ਦੇ ਵਿੱਚ ਰਹਿ ਰਹੇ ਹੋ, ਕੰਮ ਕਰ ਰਹੇ ਜਾਂ ਨਹੀਂ ਕਰ ਰਹੇ ਜਾਂ ਨੌਨ ਸਕਿਲਡ ਆਕੂਪੇਸ਼ਨ ਦੇ ਵਿੱਚੋਂ, ਤਾਂ ਵੀ ਤੁਸੀਂ 190 ਅਪਲਾਈ ਕਰ ਸਕਦੇ। ਬਟ ਜਸਟ ਵਨ ਥਿੰਗ ਯੂ ਨੀਡ ਟੂ ਮੇਕ ਸ਼ੋਰ ਕਿ ਜੇ ਵਿਕਟੋਰੀਆ ਦੇ ਵਿੱਚ ਤੁਸੀਂ ਐਨੂਅਲ ਅਰਨਿੰਗਸ ਕਲੇਮ ਕਰ ਰਹੇ ਹੋ, your occupation, your employment must be in the skilled occupation. That means it should be in skill level 1, 2 or 3. If you are not working in a skilled occupation, ਤੇ ਆਪਣੀ ਕੋਈ ਵੀ employment ਜਾਂ annual earnings package ਨਾ claim ਕਰੋ। ਉਹਦੇ ਤੋਂ ਬਾਅਦ ਰੀਜਨਲ ਵਿਕਟੋਰੀਆ ਨੂੰ ਲੈ ਕੇ again you must be in regional Victoria working in skill level 1, 2 or 3 employment. Without working ਤੁਸੀਂ ਅਪਲਾਈ ਸ਼ਾਇਦ ਕਰ ਸਕਦੇ ਹੋ, but it is a time of nomination criteria, so that means ਜਦੋਂ ਤੁਹਾਨੂੰ ਪ੍ਰੀ ਇਨਵਾਈਟ ਆਂਦਾ you must be working in a skilled employment. Apart from that, offshore ਬਹੁਤ ਹੀ ਵਧੀਆ ਨਿਊਜ਼ ਕਿ ਆਫਸ਼ੋਰ ਐਪਲੀਕੈਂਟਸ ਵੀ EOIs ROIs ਅਪਲਾਈ ਕਰ ਸਕਦੇ ਹੈ given they are not interstate. But there are few sectors that are given priority when you are applying for offshore. ਆਪਾਂ ਉਹਦੀ ਵੀ ਗੱਲ ਕਰਾਂਗੇ। All the current ROIs ਨਹੀਂ ਚੱਲਣਗੀਆਂ ਜਿਹੜੀਆਂ ਤੁਸੀਂ ਲਾਸਟ ਫਾਈਨੈਂਸ਼ੀਅਲ ਈਅਰ ਅਪਲਾਈ ਕੀਤੀਆਂ ਸੀ। So all the existing client ਜਿਨ੍ਹਾਂ ਨੇ ROI ਪਹਿਲਾਂ ਅਪਲਾਈ ਕੀਤੀ ਸੀ, they must make a new fresh ROI in Victoria again, ਚਾਹੇ 190 ਹੋਵੇ ਚਾਹੇ 491 ਹੋਵੇ। ਤੇ finally competent English at least ਹੋਣੀ ਚਾਹੀਦੀ ਹੈ, ਚਾਹੇ ਤੁਸੀਂ 190 'ਚ ਕਰ ਰਹੇ ਹੋ ਜਾਂ 491 ਦੇ ਵਿੱਚ ਕਰ ਰਹੇ ਹੋ। ਹੁਣ ਗੱਲ ਕਰਾਂਗੇ ਜੀ ਪ੍ਰਾਇਰਟੀ ਸੈਕਟਰਸ ਨੂੰ ਲੈ ਕੇ। ਵਿਕਟੋਰੀਆ ਨੇ ਕਲੀਅਰ ਕੀਤਾ देयर आर ਸਮ ਪ੍ਰਾਇਰਟੀ ਸੈਕਟਰਸ that they are going to give a priority as compared to other skills. ਉਹ ਪ੍ਰਾਇਰਟੀ ਸੈਕਟਰਸ ਕੀ ਨੇ? ਹੈਲਥ ਸੈਕਟਰ, ਸੋਸ਼ਲ ਸਰਵਿਸਿਜ਼ ਤੇ ਐਜੂਕੇਸ਼ਨ ਇਨਕਲੂਡਿੰਗ अर्ਲੀ ਚਾਈਲਡਹੁੱਡ। ਪਲੱਸ ਇਹ ਤਿੰਨੋਂ ਪ੍ਰਾਇਰਟੀ ਸੈਕਟਰ ਨੂੰ ਆਫਸ਼ੋਰ ਪ੍ਰਾਇਰਟੀ ਦੇ ਵਿੱਚ ਵੀ ਪਾਇਆ ਗਿਆ। ਜਿਹੜੇ ਆਫਸ਼ੋਰ ਐਪਲੀਕੈਂਟ 491 ਅਪਲਾਈ ਕਰ ਰਹੇ ਤੇ ਤਿੰਨੋਂ ਸੈਕਟਰਸ ਨੂੰ ਪ੍ਰਾਇority ਦਿੱਤੀ ਜਾਏਗੀ ਜੇ ਤੁਸੀਂ ਇਹ ਸਕਿੱਲ ਦੇ ਵਿੱਚ ਆਪਣੀ ROI ਅਪਲਾਈ ਕਰ ਰਹੇ। ਵੈਰੀ ਸਟ੍ਰੇਟ ਫਾਰਵਰਡ। ਇਹਦੇ ਤੋਂ ਇਲਾਵਾ ਕੰਸਟਰਕਸ਼ਨ ਐਂਡ ਨਿਊ ਐਨਰਜੀ। ਕੰਸਟਰਕਸ਼ਨ, ਆਲ ਦੋਜ਼ ਪੀਪਲ ਵਰਕਿੰਗ ਇਨ ਦ ਕੰਸਟਰਕਸ਼ਨ ਸੈਕਟਰ। ਸਾਨੂੰ ਪਤਾ ਇਹ ਜ਼ਮਾਨੇ ਦੇ ਵਿੱਚ ਚਾਹੇ 189 ਹੋਵੇ, ਚਾਹੇ 190, ਚਾਹੇ 491, pretty much all the states are giving priority to construction sector because of the big massive housing crisis that is going on. So ਇੱਥੇ ਤੁਹਾਡੇ carpenter, painter, bricklayer, tiler, all these people, all these trade occupations will be given priority as well. ਇਹਦੇ ਤੋਂ ਇਲਾਵਾ digital economy, advanced manufacturing, hospitality and tourism, ਇਹ ਤਿੰਨੋਂ ਸੈਕਟਰ 491 ਦੇ ਵਿੱਚ ਪ੍ਰਾਇoritize ਕੀਤੇ ਜਾਣਗੇ ਮੇਨਲੀ ਫॉर ਸ਼ੈਫਸ ਐਂਡ ਕੁਕਸ। ਜੇ ਤੁਸੀਂ ਹਜੇ ਵੀ 190 ਟਾਰਗੇਟ ਕਰਦੇ ਹੋ ਸਕਦਾ ਤੁਹਾਡੇ ਇਨਵੀਟੇਸ਼ਨ ਆਉਣ ਦੇ ਚਾਂਸਸ ਬਹੁਤ ਹੀ ਘੱਟ ਹੋਣ। whereas Victoria has made it very clear ਜੇ ਤੁਸੀਂ 491 ਦੇ ਵਿੱਚ ਐਜ਼ ਅ ਸ਼ੈਫ, ਐਜ਼ ਅ hospitality tourism ਦੇ ਵਿੱਚ ਅਪਲਾਈ ਕਰਦੇ ਹੋ, you will be given a priority. So all those people who were saying ਕਿ ਸ਼ੈਫ ਦੇ ਵਿੱਚ PR ਨਹੀਂ ਹੈ ਜਾਂ ਲਿਸਟ ਦੇ ਵਿੱਚੋਂ ਬਾਹਰ ਕੱਢਦਾ ਹੋਇਆ, this is a clear evidence that the chef is still in the priority sector. Victoria has said it, Western Australia has said it, and it is under 491 category. Finally ਆਪਾਂ ਗੱਲ ਕਰਾਂਗੇ ਕਿਹੜੇ ਫੈਕਟਰਸ ਕਿੰਨਾ ਲੋਕਾਂ ਨੂੰ ਵਿਕਟੋਰੀਆ ਪ੍ਰਾਇority ਦੇਗਾ। ਹੁਣ ਉਹ ਲੋਕ ਨੇ, first they will look at the age, ਜਿੰਨੀ ਘੱਟ ਏਜ ਹੈ ਉਹਨਾਂ ਨੂੰ ਪ੍ਰਾਇority ਦਿੱਤੀ ਜਾਏਗੀ। Your English level 8 each ਵਾਲੇ ਐਪਲੀਕੈਂਟਸ ਜਾਂ 7 each ਤੋਂ ਬਾਅਦ 8 each ਵਾਲੇ ਐਪਲੀਕੈਂਟਸ, ਇਹਨਾਂ ਸਾਰਿਆਂ ਨੂੰ ਪ੍ਰਾਇority ਦਿੱਤੀ ਜਾਏਗੀ ਵਿਕਟੋਰੀਆ ਦੇ ਵਿੱਚ। Apart from that, your education level, ਜੇ ਤੁਸੀਂ bachelor's, master's, PhD ਕੀਤੀ ਹੈ, again occupation skill level, ਕੀ ਤੁਹਾਡਾ occupation ਹੈ, again these priority sectors that we have seen. ਇਹ ਤਿੰਨ ਲਾਸਟ ਵਾਲੀਆਂ ਚੀਜ਼ਾਂ ਬਹੁਤ ਹੀ ਇੰਪੋਰਟੈਂਟ ਨੇ, ਧਿਆਨ ਨਾਲ ਸੁਣਿਓ। ਫੈਕਟਰਸ ਦੇ ਵਿੱਚ ਪਾਰਟਨਰਸ ਸਕਿੱਲ, ਜੇ ਤੁਸੀਂ ਮੈਰਿਡ ਹੋ, ਤੁਹਾਡਾ ਪਾਰਟਨਰ ਦਾ ਸਕਿੱਲ ਮੀਡੀਅਮ ਟੂ ਲੌਂਗ ਟਰਮ ਲਿਸਟ 'ਚ ਆਉਂਦਾ ਤੇ ਤੁਸੀਂ ਉਹਨਾਂ ਦੇ ਵੀ 10 ਪੁਆਇੰਟ ਕਲੇਮ ਕਰਦੇ ਹੋ, you will be given priority as well, and that is one of the factors of consideration by Victoria. Salary, ਜਿੰਨੀ ਜ਼ਿਆਦਾ ਤੁਹਾਡੀ ਸੈਲਰੀ ਹੈ skilled employment ਦੇ ਵਿੱਚ, you will be given preference. Last year we have seen Victoria has given preference of people earning over approximately 70,000 as their annual package. So
to ensure ਜੇ ਤੁਹਾਡੀ ਜ਼ਿਆਦਾ ਸੈਲਰੀ ਹੈ, ਜ਼ਿਆਦਾ ਪੇ ਲੈਂਦੇ ਹੋ ਐਨੂਅਲ, you include that in there as well. Finally, your years of experience. ਇਹ ਵੀ ਆਪਾਂ ਲਾਸਟ ਟਾਈਮ ਦੇਖਿਆ ਸੀਗਾ ਵਿਕਟੋਰੀਆ ਨੇ ਸਪੈਸੀਫਿਕਲੀ ਇਹ ਸ਼ੈਫ ਦੀ ਗੱਲ ਕਰਾਂ ਜਿਨ੍ਹਾਂ ਦਾ 3 ਸਾਲ ਦਾ ਐਕਸਪੀਰੀਅੰਸ ਸੀ ਜਾਂ 3 ਸਾਲ ਦੇ ਉਹਨਾਂ ਨੇ ਪੁਆਇੰਟ ਕਲੇਮ ਕੀਤੇ ਸੀ ਐਕਸਪੀਰੀਅੰਸ ਦੇ, they were the one who were given preference as well. So same thing applies here. People who have years of experience in their nominated occupation, not in any occupation, nominated occupation, you will be given a priority as well. So there are quite a few things that are new in this financial year by Victorian government. But the most important thing, anyone in Victoria who's looking to apply ROI or who have previously made an ROI, they must make a new ROI to be eligible for this financial year. ਜੇ ਤੁਹਾਡਾ ਕੋਈ specific question ਹੈ ਤੁਹਾਡੀ ਪ੍ਰੋਫਾਈਲ ਨੂੰ ਲੈ ਕੇ ਜਾਂ ਆਫਸ਼ੋਰ ਪ੍ਰੋਫਾਈਲ ਨੂੰ ਲੈ ਕੇ, ਤੁਸੀਂ ਓਮ ਗਲੋਬਲ ਦੇ ਨਾਲ ਅਪਾਇੰਟਮੈਂਟ ਬੁੱਕ ਕਰਾ ਕੇ ਡਿਸਕਸ ਕਰ ਸਕਦੇ ਹੋ। ਧੰਨਵਾਦ।